ਸਤਨਾਮ। ਧੰਨ ਵਾਹਿਗੁਰੂ। ਸਾਹਿਬ ਜੀਓ। ਇਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ। ਜੇ ਭੁੱਲੀ ਜੇ ਚੁੱਕੀ ਸਾਈਂ ਪੀਤਹਿੰਜੀ ਕਾਂਡੀਆ। ਜਿਨ੍ਹਾਂ ਨੇ ਦੁਜਾਨੇ ਲੱਗਾ ਝੂਰ ਮਰੋ ਸਿਵਾਂਡੀਆ। ਹਉ ਨਾ ਛੋਡੋ ਕੰਤ ਪਾਸੁਰਾ ਸਦਾ ਰੰਗੀਲਾ ਲਾਲ ਪਿਆਰਾ। ਇਹ ਮਹਿੰਜਾ ਆਸੁਰਾ ਹਉ ਨਾ ਛੋਡੋ ਕੰਤ ਪਾਸੁਰਾ ਸਦਾ ਰੰਗੀਲਾ ਲਾਲ ਪਿਆਰਾ। ਇਹ ਮਹਿੰਜਾ ਆਸੁਰਾ ਹਮੇ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਹੁ ਗੁਰ ਸੰਗਤ
ਤਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੇ। ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹਿਲਾ ਪੰਜਵਾਂ। ਆਪਣੇ ਦਾਸ ਕੋ ਕੰਠ ਲਗਾਵੈ। ਨਿੰਦਕ ਕਉ ਅਗਨ ਮੈਂ ਪਾਵੈ। ਆਪਣੇ ਦਾਸ ਕੋ ਕੰਠ ਲਗਾਵੈ। ਨਿੰਦਕ ਕਉ ਅਗਨ ਮੈਂ ਪਾਵੈ। ਪਾਪੀ ਤੇ ਰਾਖੇ ਨਾਰਾਇਣ। ਪਾਪੀ ਕੀ ਗਤ ਕਤਹੁ ਨਾਹੀ। ਪਾਪੀ ਪਚਿਆ ਆਪ ਕਮਾਇਨ। ਰਹਾਉ ਦਾਸ ਰਾਮ ਜੀਉ ਲਾਗੀ ਪ੍ਰੀਤ। ਨਿੰਦਕ ਕੀ ਹੋਈ ਵਿਪਰੀਤ। ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ। ਦੋਖੀ ਆਪਣਾ ਕੀਤਾ ਪਾਇਆ। ਆਏ ਨਾ ਜਾਈ ਰਹਿਆ ਸੁਮਾਈ। ਨਾਨਕ ਦਾਸ ਹਰਿ ਕੀ ਸ਼ਰਨਾਈ। ਆਏ ਨਾ ਜਾਈ ਰਹਿਆ ਸੁਮਾਈ। ਨਾਨਕ ਦਾਸ ਹਰਿ ਕੀ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਰਹਿਮਤਾਂ ਦੇ ਸਾਗਰ ਸਦੀਵੀ ਕਾਲ ਵਾਸਤੇ ਰਹਿਣ ਵਾਲੇ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ
ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ ਤਾਂ ਜੋ ਸਾਨੂੰ ਸਭਨਾਂ ਨੂੰ ਰਲ ਮਿਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਗੁਰੂ ਕੇ ਕਲਿਆਣਕਾਰੀ ਮੁਕਤੀਦਾਇਕ ਅੰਮ੍ਰਿਤ ਬਚਨ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਆਪ ਗੁਰੂ ਸਵਾਰਿਆਂ ਪਾਸੋਂ ਕੀਰਤਨ ਰੂਪ ਦੇ ਰਾਹੀਂ ਗੁਰੂ ਕੇ ਅੰਮ੍ਰਿਤ ਬਚਨ ਸਾਧ ਸੰਗਤ ਸ਼੍ਰਵਣ ਕਰ ਰਹੇ ਸੀ, ਉੱਥੇ ਹੀ ਇਸ ਪਵਿੱਤਰ ਪਾਵਨ ਗੁਰੂ ਅਸਥਾਨ ਤੇ ਚੱਲ ਰਹੀ ਗੁਰੂ ਕੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਵਿਚਾਰ ਔਰ ਵਿਚਾਰ ਅਧੀਨ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਭੈਰੋਂ ਰਾਗ ਦੇ ਅੰਦਰ ਲੜੀਵਾਰ ਅੰਮ੍ਰਿਤ ਬਚਨ ਪਾਠ ਰੂਪ ਰਾਹੀਂ ਸ਼੍ਰਵਣ ਕੀਤੇ ਹਨ। ਸਾਧ ਸੰਗਤ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਰਾਹੀਂ ਸਾਨੂੰ ਸਭਨਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਰਲ ਮਿਲ ਗੁਰੂ ਕੇ ਓਟ ਆਸਰੇ ਦਾ ਸਦਕਾ ਇਹਨਾਂ ਅੰਮ੍ਰਿਤ ਬਚਨਾਂ ਨੂੰ ਵਿਚਾਰ ਸਕੀਏ। ਸ਼ਬਦ ਦੀ ਵਿਚਾਰ ਨਾਲ ਸਾਧ ਸੰਗਤ ਜੁੜਨ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਦੇ ਲਈ ਆਪਣੀਆਂ ਹਾਜ਼ਰੀਆਂ ਗੁਰੂ ਦਰਬਾਰ ਲਵਾਉਣ ਲਈ ਇਕਾਗਰਤਾ ਦੀ ਦਾਤ ਬਖਸ਼ਦਿਆਂ ਹੋਇਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਵਿਚਾਰ ਅਧੀਨ ਸਾਹਿਬਾਂ ਦੇ ਇਹਨਾਂ ਅੰਮ੍ਰਿਤ ਬੋਲਾਂ ਦੇ ਰਹਾਉ ਵਾਲੇ ਜੋ ਪਾਵਨ ਪਵਿੱਤਰ ਪਦੇ ਦੀ ਗੁਰਮੁਖੋ ਵਿਚਾਰ ਹੈ, ਉਸ ਵਿੱਚ ਸਾਹਿਬ ਬਖਸ਼ਿਸ਼ ਕਰ ਰਹੇ ਨੇ। ਪਾਪੀ ਤੇ ਰਾਖੇ ਨਾਰਾਇਣ, ਪਾਪੀ ਕੀ ਗਤ ਕਤਹੁ ਨਾਹੀ, ਪਾਪੀ ਪਚਿਆ ਆਪ ਕਮਾਇਨ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਬਈ ਪ੍ਰਭੂ ਦਾ ਐਸਾ ਸੁਭਾਅ ਹੈ, ਵਾਹਿਗੁਰੂ ਦਾ ਐਸਾ ਗੁਰਮੁਖੋ ਬਿਰਧ ਹੈ। ਵਾਹਿਗੁਰੂ ਆਪਣੇ ਭਗਤ ਨੂੰ, ਆਪਣੇ ਦਾਸ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਪ੍ਰਭੂ ਦੇ ਪਿਆਰੇ ਦੀ, ਪ੍ਰਭੂ ਦੇ ਸੇਵਕ ਦੀ, ਪ੍ਰਭੂ ਦੇ ਦਾਸ ਦੀ ਕੋਈ ਨਿੰਦਾ ਕਰੇ, ਉਹਦੇ ਨਾਲ ਕੋਈ ਵੈਰ ਵਿਰੋਧ ਈਰਖਾ ਕਰੇ, ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਇਹ ਪ੍ਰਮਾਤਮਾ ਦਾ, ਵਾਹਿਗੁਰੂ ਦਾ ਬਿਰਧ ਹੈ। ਬਈ ਵਾਹਿਗੁਰੂ ਪ੍ਰਮਾਤਮਾ ਆਪਣੇ ਦਾਸ ਦੀ ਹਾਨੀ ਨਹੀਂ ਹੋਣ ਦਿੰਦੇ। ਤਾਂ ਹੀ ਹਜ਼ੂਰ ਨੇ ਅੱਜ ਬਚਨ ਬਖਸ਼ਿਸ਼ ਕੀਤੇ ਨੇ ਬਈ ਆਪਣੇ ਭਗਤ ਦੀ ਵਾਹਿਗੁਰੂ ਰਖਵਾਲੀ ਕਰਦੇ ਨੇ,
ਆਪਣੇ ਦਾਸ ਆਪਣੇ ਭਗਤ ਦੀ ਕੋਈ ਨਿੰਦਾ ਕਰੇ, ਪਾਪੀ ਬਿਰਤੀ ਵਾਲਾ, ਤੇ ਵੈਗੁਰੂ ਦਾ ਨਰਾਇਣ ਦਾ ਇਹ ਸੁਭਾਅ ਹੈ ਵੀ ਆਪਣੇ ਭਗਤ ਦੀ ਆਪਣੇ ਸੇਵਕ ਦੀ ਉਸ ਪਾਪੀ ਬਿਰਤੀ ਵਾਲੇ ਤੋਂ ਜੈ ਜੈਕਾਰ ਕਰਵਾਉਣੀ ਉਹਦਾ ਬਿਰਦ ਹੈ, ਉਹਦਾ ਸੁਭਾਅ ਹੈ। ਅੰਮ੍ਰਿਤ ਬਾਣੀ ਵਿੱਚੋਂ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਰਹਾਉ ਵਾਲੀ ਪੰਕਤੀ ਦੇ ਨਾਲ ਇਹਦੀ ਵਿਆਖਿਆ ਕਰਦਾ ਹੈ ਕਬੋਲ ਗੁਰੂ ਅਮਰਦਾਸ ਮਹਾਰਾਜ ਦਾ। ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਜਿਹਦੇ ਵਿੱਚ ਹਜ਼ੂਰ ਬਾਦਲੀਲ ਇਹ ਪੁਸ਼ਟੀ ਕਰਦੇ ਨੇ ਗੁਰਮੁਖੋ ਬਈ ਵੈਗੁਰੂ ਦਾ ਇਹ ਬਿਰਦ ਹੈ, ਇਹ ਸੁਭਾਅ ਹੈ ਕਿ ਬਈ ਉਹਨੇ ਧਰਮੀਆਂ ਦੀ ਜੈ ਜੈਕਾਰ ਕਰਵਾਉਣੀ ਹੈ ਤੇ ਉਹਦੇ ਮੁਕਾਬਲੇ ਤੇ ਧਰਮੀਆਂ ਨਾਲ ਕੋਈ ਅੜਨ ਵਾਲਾ ਪਾਪੀ ਹੈ, ਉਹਨੂੰ ਦੰਡ ਦੇਣਾ ਹੈ। ਸ਼ਬਦ ਦੇ ਅਖੀਰ ਤੇ ਗੁਰੂ ਸਾਹਿਬ ਨਿਚੋੜ ਦਿੰਦੇ ਨੇ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ। ਸ਼ਰਤ ਹੈ ਵੀ ਕੋਈ ਹੋਵੇ ਸੱਚੀ ਮੁੱਚੀ ਧਰਮੀ, ਬਨਾਵਟੀ ਨਹੀਂ। ਕੋਈ ਬਨਾਵਟੀ ਬਣ ਕੇ ਕਹੀ ਜਾਵੇ ਵੀ ਮੈਂ ਰੱਬ ਦਾ ਦਾਸ ਹਾਂ, ਸੇਵਕ ਹਾਂ, ਤੇ ਉਹ ਕਵੇ ਵੀ ਮੇਰੀ ਰਖਵਾਲੀ ਕਰੇ ਵੈਗੁਰੂ, ਪਰ ਖਾਂ ਤੂੰ ਸੱਚੀ ਮੁੱਚੀ ਅੰਦਰੋਂ ਰੱਬ ਦਾ ਸੇਵਕ ਬਣ, ਧਰਮੀ ਬਣ, ਫਿਰ ਦੇਖ ਵੈਗੁਰੂ ਤੈਨੂੰ ਤੱਤੀ ਬਾਹ ਨਹੀਂ ਲੱਗਣ ਦਿੰਦੇ। ਸਾਹਿਬ ਦੇ ਉਹ ਪਾਵਨ ਬੋਲ ਨੇ, ਹਰ ਜਲ ਥਲ ਮਹੀਲ ਭਰਪੂਰ। ਪਰਮਾਤਮਾ ਵੈਗੁਰੂ ਜਲ ਥਲ ਆਸਮਾਨ ਵਿੱਚ ਮਹੀਲ ਭਰਪੂਰ, ਪੂਰੀ ਤਰ੍ਹਾਂ ਨਕਾ ਨਕ ਭਰਿਆ ਵੈਗੁਰੂ। ਗੁਰਮੁਖੋ ਇਹਦੀ ਹੋਰ ਨੇੜੇ ਹੋ ਕੇ ਵਿਆਖਿਆ ਕਰਨੀ ਹੋਵੇ ਤੇ ਅਸੀਂ ਕਹਿ ਸਕਦੇ ਹਾਂ ਵੀ ਆ ਜੋ ਬ੍ਰਹਿਮੰਡ ਸਾਨੂੰ ਤੁਹਾਨੂੰ ਨਜ਼ਰ ਆ ਰਿਹਾ ਨਾ, ਨਜ਼ਰ, ਜਿੱਥੋਂ ਤੱਕ ਸਾਡੀ ਸੁਰਤ ਬ੍ਰਿਤ ਨਹੀਂ ਵੀ ਜਾਂਦੀ, ਰੱਬ ਉੱਥੇ ਵੀ ਹੈ। ਜੋ ਨਜ਼ਰ ਆ ਰਿਹਾ ਉਹਦੇ ਵਿੱਚ ਤਾਂ ਹੈ ਹੀ ਹੈ, ਪਰ ਜਿੱਥੇ ਸਾਡੀ ਤੁਹਾਡੀ ਪਹੁੰਚ ਨਹੀਂ ਜਾਣਦੀ, ਵਿਦਵਾਨ ਔਰ ਵਿਗਿਆਨੀ ਇਹ ਵੀ ਅੱਜ ਗੱਲ ਮੰਨਦੇ ਨੇ ਵੀ ਅਜੇ ਧਰਤੀ ਦੇ ਕਈ ਭਾਗ ਐਸੇ ਨੇ ਜਿੱਥੇ 21ਵੀਂ ਸਦੀ 'ਚ ਪੈਰ ਰੱਖਣ ਵਾਲਾ ਅਜੇ ਤੱਕ ਮਨੁੱਖ ਨਹੀਂ ਪਹੁੰਚ ਸਕਿਆ। ਉਹ ਧਰਤੀ 'ਤੇ ਐਸੀਆਂ ਪਹਾੜਾਂ ਦੀਆਂ ਕੰਦਰਾਂ, ਡੂੰਘੀਆਂ ਖਾਈਆਂ ਐਸੀਆਂ ਮੌਜੂਦ ਨੇ, ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿੱਥੇ ਮਨੁੱਖ ਨਹੀਂ ਗਿਆ, ਮਨੁੱਖ ਦੀ ਪਹੁੰਚ ਨਹੀਂ, ਉੱਥੇ ਰੱਬ ਨਹੀਂ। ਬਾਣੀਕਾਰ ਕਹਿੰਦੇ ਰੱਬ ਉੱਥੇ ਵੀ ਹੈ ਜਿੱਥੇ ਬੰਦਿਆ ਤੇਰੀ ਪਹੁੰਚ ਨਹੀਂ ਹੈ। ਤੋ ਹਜ਼ੂਰ ਕਹਿੰਦੇ ਨੇ ਹਰ ਜਲ ਥਲ ਮਹੀਲ ਭਰਪੂਰ, ਪੂਰੀ ਤਰ੍ਹਾਂ ਉਹ ਭਰਪੂਰ ਹੈ, ਨਕਾ ਨਕ ਭਰਿਆ। ਅਗਲਾ ਬਚਨ ਬੜਾ ਗਜ਼ਬ ਦਾ ਹੈ। ਸਾਹਿਬ ਕਹਿੰਦੇ ਦੂਜਾ ਨਾਹੀਂ ਕੋਏ। ਇਸੇ ਜਲ ਥਲ ਮਹੀਲ ਭਰਪੂਰ ਦੀ ਵਿਆਖਿਆ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਬਈ ਇਹ ਦੁਨੀਆ ਦੇ ਲੋਗੋ, ਜਿਹੜਾ ਜਲ ਥਲ ਮਹੀਲ ਭਰਪੂਰ ਹੈ ਨਾ ਵੈਗੁਰੂ ਪਰਮਾਤਮਾ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਦੂਜਾ ਨਾਹੀਂ ਕੋਏ, ਉਹਦੇ ਵਰਗਾ ਦੂਜਾ ਨਹੀਂ। ਹਰ ਆਪ ਬਹਿ ਕਰੈ ਨਿਆਉ, ਇਹ ਵੀ ਵੈਗੁਰੂ ਦਾ ਸੁਭਾਅ ਹੈ। ਬਈ ਵੈਗੁਰੂ ਨੇ ਕੁਦਰਤ ਸਾਜੀ ਏ ਤੇ ਇਸ ਕੁਦਰਤ ਵਿੱਚ ਇਨਸਾਫ ਕਰਨਾ, ਨਿਆਂ ਕਰਨਾ। ਵੈਗੁਰੂ ਨੇ ਕੋਈ ਆਪਣੇ ਕੋਲ ਜੱਜ ਜਾਂ ਵਕੀਲ ਹਾਇਰ ਕਰਕੇ ਨਹੀਂ ਰੱਖੇ ਵੀ ਤੁਹਾਨੂੰ ਤਨਖਾਹਾਂ ਦਿਆਂਗੇ, ਇਹ ਦੁਨੀਆਦਾਰ ਲੋਕਾਂ ਦੇ ਕੇਸ ਤੁਹਾਡੇ ਕੋਲ ਆਉਣਗੇ ਤੇ ਤੁਸੀਂ ਨਿਆਂ ਕਰੋ, ਨਹੀਂ। ਬਾਣੀਕਾਰ ਕਹਿੰਦੇ ਨੇ ਵੀ ਹਰ ਆਪ ਬਹਿ ਕਰੈ ਨਿਆਉ, ਇਹ ਰੱਬ ਦਾ ਸੁਭਾਅ ਹੈ। ਬਈ ਪਰਮਾਤਮਾ ਆਪ ਨਿਆਂ ਕਰਦਾ, ਨਿਆਂ ਉਹ ਕਿਸੇ ਨਾਲ ਅਨਿਆਏ ਹੋਣ ਨਹੀਂ ਦਿੰਦਾ।
ये गल वखरी है बई कई बार असी अपने कीते कर्मां नूं भुल जाने आ। साडे कीते होए जदों साडे अगे आउंदे ने फिर असी दुहाई पाउने आ, करलाउने आ। पर बाणीकार ये कहिंदे ने भी रब दा ये सुभाਅ है भी वो न्याय करदा, किसे नाल अन्याय नहीं होण दिंदा। असी कीता माड़ा ते जिहो जिहा माड़ा कीता उहो जी सज़ा उहो जिहा दंड सानू भुगतना पैना। गल वखरी भी साडा दुनियादार लोकां दा सुभाਅ है, माड़ा करके बंदा भुल जांदा है। जदों कीते दी सज़ा मिलनी है उदों हाल दुहाई पाउंदा है भी ये मेरे नाल क्यों होया। बाणीकार कहिंदे तां होया क्योंकि तूं कीता है, तू भुल गया है। साहब कहिंदे हर आप बह करे न्याओ, कूड़ियार सब मार कढ़ोए। वैगुरू दा सुभाਅ है, रब किसे नाल अन्याय नहीं होण दिंदा, न्याय करदे ने, इंसाफ। यकीन करना चाहिदा है। ते जेड़े कूड़ियार ने, झूठे ने, वैगुरू दा सुभाਅ है भी उन्हां नूं मार के पछाड़ के कढना। अगे पढ़ो हजूर दे बचन। साहब कहिंदे ने कि वैगुरू दा इह भी सुभाਅ है गुरमुखो कि सचियारां दे वडियाई। जेड़े सच्ची मुच्ची अकाल पुरख वैगुरू दे नाल जुड़े ने उन्हां सचियारां नूं अकाल पुरख वैगुरू आप मान वडियाई देंदा है। हर धर्म न्याओ कीओए। सचियारां दे वडियाई, मान देना वैगुरू ने। जेड़े सच्चे ने, जेड़े सच्ची मुच्ची गुरमुखो अंतरात्मे कोट अकाल पुरख वैगुरू दे चरनां नाल लिपट गए। बाणीकार कहिंदे ने भी उन्हां धर्मियां नूं वैगुरू आप मान वडियाई दिंदे ने। सचियारां दे वडियाई हर धर्म न्याओ की होए। न्याय करदे ने वैगुरू अकाल पुरख। मैं इत्थे तुहाडे समक्ष कर्ज करनी चाहुणा। बाणी पुष्टि करदी है भी वैगुरू अपने भगतां नाल, अपने सेवकां नाल कदी भी बेइनसाफी नहीं होण दिंदे। तुसीं बाणी पढ़दे हो, बाणी विच उन्हां भगतां ने अपने नाल वक्ती बादशाहां ने जिहड़ियां वधीकियां कीतियां ओहदा हवाला तुहानूं गुरमुखो श्री गुरु ग्रंथ साहिब महाराज दी बाणी विचों मिलेगा। भगत कबीर साहब, भगत नामदेव महाराज, उन्हां दोनां नूं, इन्हां महापुरुषां नूं वक्त दे उन्हां बादशाहां ने, वक्त दे हाकमां ने इसे करके पकड़ लिया। ना कोई उन्हां ने क्राइम कीता है, ना कोई उन्हां दा दोष है, ना कोई उन्हां जुर्म कीता है जिहदे कारण इन्हां नूं पकड़िया। पकड़िया क्यों है? पकड़िया इसलिए भी हाकम धिर जिहड़ी जमात है ना, हाकम धिर जी दा राज है, जिस धर्म नूं बादशाह बिलोंग करदा है उस इस्लाम है। ਉਹਦੇ ਧਰਮ ਵਿੱਚ ਰੱਬ ਦੀ ਬੰਦਗੀ ਕਰਨ ਵਾਲੇ ਖੁਦਾ ਦੇ ਨਾਂ ਨੂੰ ਹਰੀ ਹਰੀ ਕਰਕੇ ਪੁਕਾਰਦੇ ਨੇ। ਤੇ ਕਿਸੇ ਚੁਗਲਖੋਰ ਨੇ ਜਾ ਸ਼ਿਕਾਇਤ ਕੀਤੀ ਵੀ ਬਾਦਸ਼ਾਹ ਸਲਾਮਤ ਤੁਹਾਡੇ ਰਾਜ ਭਾਗ ਦੇ ਹੁੰਦਿਆਂ ਆ ਕਬੀਰ ਸਾਹਿਬ ਵਰਗੇ, ਆ ਨਾਮਦੇਵ ਵਰਗੇ ਵੇਖੋ खुदा ਦਾ ਨਾਂ ਨਹੀਂ ਲੈਂਦੇ, ਇਹ ਰੱਬ ਰੱਬ ਰਾਮ ਦਾ ਨਾਂ ਲੈਂਦੇ ਨੇ। ਤੇ ਕਹਿੰਦੇ ਨੇ ਵੀ ਭਗਤ ਨਾਮਦੇਵ ਨੂੰ ਸਿਕੰਦਰ ਲੋਧੀ ਨੇ ਆਪਣੇ ਸਿਪਾਹੀ ਭੇਜ ਕੇ ਕਿਹਾ ਵੀ ਫੜ ਕੇ ਲਿਆਓ। ਲੈ ਆਂਦਾ ਗਿਆ ਤੇ ਸਿਕੰਦਰ ਲੋਧੀ ਕਹਿੰਦਾ ਵੀ ਨਾਮਦੇਵ ਤੈਨੂੰ ਤਾਂ ਛੱਡਾਂਗਾ
ਜੇ ਤੂੰ ਆਪਣੀ ਜ਼ੁਬਾਨ ਤੋਂ ਰਾਮ ਦਾ ਨਾਮ ਕਹਿਣਾ ਬੰਦ ਕਰ ਦੇਵੇਂ, ਖੁਦਾ ਖੁਦਾ ਕਹਿਣ ਤਾਂ ਤੈਨੂੰ ਰਿਹਾ ਕਰਾਂਗਾ, ਵਰਨਾ ਨਹੀਂ, ਵਰਨਾ ਤੈਨੂੰ ਮਾਰ ਮੁਕਾਵਾਂਗਾ। ਹੋਇਆ ਕਿ ਉਹ ਜੀ ਭਿਆਣੀ ਮਾਂ ਵਿਚਾਰੀ ਨੂੰ ਪਤਾ ਲੱਗਾ ਵੀ ਮੇਰੇ ਪੁੱਤਰ ਨਾਮਦੇਵ ਨੂੰ ਫੜ ਕੇ ਲੈ ਗਿਆ। ਵਕਤ ਦਾ ਹਾਕਮ, ਉਹਦੇ ਕਰਿੰਦੇ ਸਿਪਾਹੀ, ਉਹ ਭੱਜੀ ਤੇ ਬਾਦਸ਼ਾਹ ਭਰੀ ਕਚਹਿਰੀ ਲਾ ਕੇ ਭਗਤ ਨਾਮਦੇਵ ਨੂੰ ਸਾਹਮਣੇ ਖੜਾਰ ਕੇ ਗੱਲਬਾਤ ਕਰ ਰਿਹਾ ਸੀ। ਇੰਨੀ ਦੇਰ ਨੂੰ ਭੱਜੀ ਭੱਜੀ ਮਾਈ ਚਲੀ ਗਈ ਤੇ ਸਾਰੀ ਗੱਲਬਾਤ ਸੁਣੀ ਤੇ ਬਾਦਸ਼ਾਹ ਸਿਕੰਦਰ ਲੋਧੀ ਕਹਿੰਦਾ ਵੀ ਮਾਈ ਇਹਨੂੰ ਆਪਣੇ ਪੁੱਤਰ ਨੂੰ ਸਮਝਾ, ਇਹ ਐਵੇਂ ਵਿਅਰਥ 'ਚ ਆਪਣੀ ਜਾਨ ਗਵਾਉਣ ਤੇ ਤੁਲਿਆ, ਵਿਅਰਥ 'ਚ। ਤੇ ਮਾਈ ਪੁੱਛਦੀ ਏ ਵੇ ਦੱਸੋ ਕੀ ਗੱਲ ਏ? ਮਾਈ ਗੱਲ ਕੁਝ ਨਹੀਂ ਗੀ, ਗੱਲ ਸਿਰਫ ਇੰਨੀ ਏ ਵੀ ਇਹਦੀ ਸ਼ਿਕਾਇਤ ਆਈ ਏ ਤੇਰੇ ਪੁੱਤਰ ਨਾਮਦੇਵ ਦੀ, ਬਈ ਇਹ ਰਾਮ ਰਾਮ ਜਪਦਾ ਹੈ, ਖੁਦਾ ਖੁਦਾ ਨਹੀਂ ਕਹਿੰਦਾ। ਤੇ ਮਾਈ ਤੂੰ ਸਿਆਣੀ ਏ, ਇਹਨੂੰ ਸਮਝਾ, ਐਵੇਂ ਵਿਅਰਥ 'ਚ ਆਪਣੀ ਜਾਨ ਕਿਉਂ ਗਵਾਉਣ ਤੇ ਤੁਲਿਆ? ਉਹ ਮਾਂ ਸੀ ਵਿਚਾਰੀ, ਨਹੀਂ ਸੀ ਬਾਬਾ ਨਾਮਦੇਵ ਵਰਗੀ ਅੰਦਰ ਦੀ ਸੁਰਤ ਬਿਰਤ ਚੜ੍ਹਦੀ ਕਲਾ ਵਾਲੀ ਓਨੀ। ਉਹ ਜੀ ਭਿਆਣੀ ਨੇ ਉਸੇ ਵੇਲੇ ਆਪਣੇ ਪੁੱਤਰ ਨੂੰ ਕਿਹਾ ਵੀ ਪੁੱਤਰ ਜੇ ਜਿੰਦ ਬਚਦੀ ਏ, ਖੁਦਾ ਖੁਦਾ ਕਿਹਾ ਤੇ ਮੈਂ ਤੈਨੂੰ ਵੇਹਨੀ ਆ, ਤੈਨੂੰ ਜਨਮ ਦਿੱਤਾ ਹੈ, ਪਾਲਿਆ, ਵੱਡਾ ਕੀਤਾ, ਵਿਆਹਿਆ ਹੈ, ਧੀਆਂ ਪੁੱਤਾਂ ਵਾਲਾ ਹੈ, ਇੱਕ ਇੱਕ ਪਲ ਤੇਰੀ ਜ਼ਿੰਦਗੀ ਦਾ ਮੇਰੀਆਂ ਅੱਖਾਂ ਸਾਹਮਣੇ ਗੁਜ਼ਰਿਆ ਹੈ ਤੇ ਮੈਂ ਤੈਨੂੰ ਵੇਖਦੀ ਹਾਂ। ਕਈ ਵਾਰ ਤੂੰ ਘਰ ਵਿੱਚ ਮੌਜ ਵਿੱਚ ਆਇਆ, ਖੁਦਾ ਖੁਦਾ ਵੀ ਕਹਿਣਾ ਹੈ, ਤੇ ਜੇ ਤੈਨੂੰ ਇਹ ਪਾਪੀ ਦੁਸ਼ਟ ਅਖਵਾਉਂਦੇ ਨੇ ਵੀ ਖੁਦਾ ਕਹਿ ਦੇ, ਜਾਨ ਬਚਦੀ ਏ ਤੇ ਤੂੰ ਕਹਿ ਦੇ ਖਾਂ, ਤੇਰਾ ਇਹਦੇ ਵਿੱਚ ਕੀ ਵਿਗੜ ਚੱਲਿਆ? ਬਸ ਗੱਲ ਇੰਨੀ ਹੈ ਨਾ ਵੀ ਇਹ ਕਹਿੰਦੇ ਰਾਮ ਰਾਮ ਕਹਿੰਦਾ। ਤੈਨੂੰ ਮੈਂ ਵੇਖਦੀ ਹਾਂ ਪੁੱਤਰ, ਤੂੰ ਘਰ ਵਿੱਚ ਕਈ ਵਾਰ ਮੌਜ ਵਿੱਚ ਆਇਆ, ਰਾਮ ਰਾਮ ਛੱਡ ਕੇ ਖੁਦਾ ਖੁਦਾ ਵੀ ਕਰਦਾ ਹੈ, ਤੇ ਜੇ ਇੱਥੇ ਕਹਿ ਦੇਗਾ ਇਹ ਮੂਰਖ ਤੇਰਾ ਖਹਿੜਾ ਛੱਡ ਦੇਣਗੇ। ਸੁਣੇ ਹੁਣ ਭਗਤ ਨਾਮਦੇਵ ਨੇ ਉੱਥੇ ਜਿਹੜੇ ਬੋਲ ਕਹਿਣ ਲੱਗੇ, ਮਾਂ ਮੈਂ ਉਦੋਂ ਮੌਜ ਵਿੱਚ ਆ ਕੇ ਕਹਿਣਾ, ਉਹ ਮੇਰਾ ਚਿੱਤ ਕਰੇ ਮੈਂ ਖੁਦਾ ਕਵਾਂ, ਮੈਂ ਰਾਮ, ਪਰ ਇਹ ਹਾਕਮ ਧਿਰ ਜਮਾਤ ਮੈਨੂੰ ਜਬਰੀ ਅਖਵਾਉਣਾ ਚਾਹੁੰਦੀ, ਮੈਂ ਨਹੀਂ ਕਵਾਂਗਾ, ਇਹਦੇ ਖਾਤਰ ਮੈਨੂੰ ਜਾਨ ਕੁਰਬਾਨ ਕਰਨੀ ਪਵੇ ਮੈਂ ਕਰ ਦਿਆਂਗਾ। ਤੇ ਮਾਈ ਮੈਂ ਤੈਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਵੀ ਤੂੰ ਮੈਨੂੰ ਜਨਮ ਦਿੱਤਾ ਹੈ, ਤੂੰ ਮੇਰੀ ਮਾਂ ਆ। ਧਰਮ ਦੇ ਮਸਲੇ ਵਿੱਚ ਮਾਂ ਜਨਮ ਦੇਣ ਵਾਲੀ ਨੂੰ ਭਗਤ ਨਾਮਦੇਵ ਕਹਿੰਦੇ ਵੀ ਜੇ ਤੂੰ ਦਖਲ ਅੰਦਾਜ਼ੀ ਦੇ ਕੇ ਮੈਨੂੰ ਧਰਮ ਦੇ ਮਾਰਗ ਤੋਂ ਥਿੜਕਾਉਣਾ ਚਾਹੇਂਗੀ ਨਾ, ਭਾਵੇਂ ਤੂੰ ਮੇਰੀ ਮਾਂ ਹੈ, ਪਰ ਮੈਂ ਤੈਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਵੀ ਅੱਜ ਤੋਂ ਬਾਅਦ ਫਿਰ ਨਾ ਤੂੰ ਮੇਰੀ ਮਾਂ ਹੈ ਤੇ ਨਾਮਦੇਵ ਨਾ ਤੇਰਾ ਪੂੰਗੜਾ, ਨਾ ਤੇਰਾ ਪੁੱਤਰ ਹੈ, ਤੇਰਾ ਮੇਰਾ ਰਿਸ਼ਤਾ ਖਤਮ। ਇਹ ਕੌਣ ਕਹਿ ਰਿਹਾ ਹੈ? ਜਿਹਨੂੰ ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਰੱਬ ਦੇ ਅਨਨ ਭਗਤ, ਰੱਬ ਦੇ ਅਨਨ ਸੇਵਕ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਗੁਰਮੁਖੋਂ ਭਰੋਸਾ ਹੈ, ਦੂਜਾ ਨਹੀਂ ਕਹੇਗਾ। ਤੋ ਸਪਸ਼ਟ ਹੈ ਬਈ ਨਾਮਦੇਵ ਦੀ ਜੈ ਜੈਕਾਰ ਹੋਈ। ਉਹਨਾਂ ਇੱਥੋਂ ਤੱਕ ਬਚਨ ਕਹੇ, ਮਾਂ ਕਹਿੰਦੀ ਏ ਛੋੜ ਰਾਮ ਕੀ ਨਾ ਭਜੈ ਖੁਦਾਏ, ਛੱਡ ਦੇ ਤੂੰ ਰਾਮ ਦਾ ਨਾਂ, ਖੁਦਾ ਕਹਿ ਦੇ। ਤੇ ਭਗਤ ਨਾਮਦੇਵ ਕਹਿੰਦੇ ਨੇ ਨਾ ਹੋਂ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ, ਨਾ ਤੂੰ ਮੇਰੀ ਮਾਂ ਹੈ। ਇਹੋ ਜਿਹੀ ਘਟਨਾ ਭਗਤ ਕਬੀਰ ਸਾਹਿਬ ਮਹਾਰਾਜ ਨੂੰ ਜੰਜੀਰਾਂ ਵਿੱਚ ਜਕੜ ਲਿਆ ਤੇ ਵਕਤ ਦਾ ਹਾਕਮ ਕਹਿੰਦਾ ਵੀ ਇਹਨੂੰ ਡੋਬ ਘੱਤੋ, ਗੰਗਾ ਦੀਆਂ ਲਹਿਰਾਂ ਵਿੱਚ ਡੂੰਘੇ ਪਾਣੀ 'ਚ ਲਿਜਾ ਕੇ ਸੁੱਟੋ, ਜਿੱਥੋਂ ਕਬੀਰ ਸਾਹਿਬ ਨੂੰ ਦੂਜਾ